गुड मॉर्निंग स्टूडेंट। मैं मोनिका मेहता, साइंस मिस्टर GSS ਲੋਹਗੜ੍ਹ। ਅੱਜ ਤੁਹਾਨੂੰ ਪਾਠ ਕਰਾ ਰਹੇ ਹਾਂ ਪੌਦਿਆਂ ਅਤੇ ਜੰਤੂਆਂ ਦੇ ਵਿੱਚ ਸੁਰੱਖਿਅਨ। ਕਿਵੇਂ ਜੰਗਲਾਂ ਦੇ ਵਿੱਚ ਅਸੀਂ ਜਾਂਦੇ ਹੈਗੇ ਹਾਂ, ਦੇਖਦੇ ਹਾਂ ਨੈਸ਼ਨਲ ਪਾਰਕ ਜਿਵੇਂ ਕਾਜ਼ੀਰੰਗਾ, ਜੀਵਨ ਰੱਖਾਂ ਰਿਜ਼ਰਵ, ਬਾਇਓਸਫੀਅਰ ਰਿਜ਼ਰਵ, ਟਾਈਗਰ ਰਿਜ਼ਰਵ ਵਗੈਰਾ ਬਾਰੇ ਸੁਣਿਆ ਹੈਗਾ। ਤਾਂ ਇਹਨਾਂ ਦੇ ਵਿੱਚ ਜਿਹੜੇ ਜੰਗਲੀ ਜਾਨਵਰ ਵਗੈਰਾ ਸੁਰੱਖਿਅਤ ਰਹਿੰਦੇ ਹਨ ਕਿਉਂਕਿ ਉਹਨਾਂ ਦਾ ਨੈਚੁਰਲ ਆਵਾਸ ਸਥਾਨ ਹੈਗਾ। ਠੀਕ ਹੈ। ਜੰਗਲਾਂ ਦੀ ਕਟਾਈ ਦੇ ਕਾਰਨ ਵੱਧ ਰਹੀ ਜਨਸੰਖਿਆ ਅਤੇ ਇੰਡਸਟਰੀਲਾਈਜੇਸ਼ਨ ਦੇ ਕਰਕੇ, ਉਦਯੋਗੀਕਰਨ ਦੇ ਕਰਕੇ ਬਹੁਤ ਸਾਰੇ ਦਰੱਖਤਾਂ ਵਗੈਰਾ ਨੂੰ ਕੱਟਿਆ ਜਾ ਰਿਹਾ। ਕਾਰਖਾਨੇ ਬਣਾਉਣ ਲਈ, ਫਰਨੀਚਰ, ਲੱਕੜੀ ਲਈ ਜੰਗਲਾਂ ਨੂੰ ਅੱਗ ਲੱਗ ਜਾਂਦੀ ਹੈ, ਜਾਂ ਖੇਤੀਬਾੜੀ ਦੇ ਲਈ ਜੰਗਲਾਂ ਦੀ ਕਟਾਈ ਕੀਤੀ ਜਾਂਦੀ ਹੈਗੀ ਹੈ। ਜੰਗਲਾਂ ਦੀ ਕਟਾਈ ਦੇ ਨਤੀਜੇ ਕੀ ਹੋਣਗੇ? ਐਜ਼ ਏ ਰਿਜ਼ਲਟ ਵਾਯੂਮੰਡਲ 'ਚ ਕਾਰਬਨ ਡਾਈਆਕਸਾਈਡ ਦੀ ਅਮਾਊਂਟ ਕੀ ਹੈ, ਵੱਧ ਜਾਂਦੀ ਹੈਗੀ ਹੈ। ਅੰਡਰਗਰਾਊਂਡ ਵਾਟਰ ਲੈਵਲ, ਭੂਮੀ ਹੇਠਲਾ ਪਾਣੀ ਪੱਧਰ ਕੀ ਹੈ, ਨੀਚੇ ਚਲਾ ਜਾਏਗਾ। ਅਤੇ ਜੰਗਲਾਂ ਦੀ ਕਟਾਈ ਦੇ ਨਾਲ ਸਾਡਾ ਕੁਦਰਤੀ ਸੰਤੁਲਨ ਵਿਗੜ ਜਾਂਦਾ ਹੈਗਾ। ਵਰਖਾ ਅਤੇ ਭੂਮੀ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ, ਜਿਸ ਕਰਕੇ ਹੜ੍ਹ ਜਾਂ ਸੋਕਾ ਵਗੈਰਾ ਪੈਣ ਦੀ ਸੰਭਾਵਨਾ ਹੁੰਦੀ ਹੈ। ਸਾਨੂੰ ਪਤਾ ਕਿ ਪ੍ਰਕਾਸ਼ ਸੰਸਲੇਸ਼ਨ ਕਿਰਿਆ ਰਾਹੀਂ ਪੌਦੇ ਕੀ ਹੈ, ਕਾਰਬਨ ਡਾਈਆਕਸਾਈਡ ਲੈਂਦੇ ਆ ਅਤੇ ਆਕਸੀਜਨ ਕੀ ਹੈ, ਛੱਡਣਗੇ। ਠੀਕ ਹੈ। ਤਾਂ ਦਰੱਖਤਾਂ ਦੇ ਨਾਲ ਇੱਦਾਂ ਜੇ ਕਾਰਬਨ ਡਾਈਆਕਸਾਈਡ ਦੀ ਅਮਾਊਂਟ ਵੱਧ ਜਾਏਗੀ ਤਾਂ ਕਾਰਬਨ ਡਾਈਆਕਸਾਈਡ ਕੀ ਕਰੇਗੀ, ਸੂਰਜ ਦੀ ਰੋਸ਼ਨੀ ਨੂੰ ਸੋਖਦੀ ਹੈਗੀ ਹੈ, ਸੂਰਜ ਦੀਆਂ ਕਿਰਨਾਂ ਨੂੰ ਸੋਖਦੀ ਹੈਗੀ ਹੈ। ਤਾਂ ਜਿਸ ਦੇ ਕਰਕੇ ਕੀ ਹੈ, ਗਰਮੀ ਵੱਧ ਜਾਂਦੀ ਹੈਗੀ ਹੈ ਅਤੇ ਗਲੇਸ਼ੀਅਰ ਪਿਘਲ ਜਾਣਗੇ, ਜਿਸ ਕਰਕੇ ਆ ਸਕਦੇ ਹਨ, ਤਾਪਮਾਨ ਵਿੱਚ ਵਾਧਾ ਹੋ ਜਾਏਗਾ। ਤਾਂ ਵਿਸ਼ਵ ਤਾਪਮਾਨ, ਗਲੋਬਲ ਵਾਰਮਿੰਗ ਦਾ ਕਾਰਨ ਗਲੋਬਲ ਵਾਰਮਿੰਗ ਹੋ ਜਾਏਗੀ। ਔਰ ਜੋ ਹੈ ਗਲੋਬਲ ਵਾਰਮਿੰਗ ਦੇ ਕਰਕੇ, ਜਿਸ ਕਰਕੇ ਹੜ੍ਹ ਆ ਸਕਦੇ ਆ। ਠੀਕ ਹੈ। ਜੰਗਲਾਂ ਦੀ ਕਟਾਈ ਦੇ ਨਾਲ ਭੂ-ਖੋਰ, ਜੰਗਲ ਜੋ ਹੈ ਦਰੱਖਤਾਂ ਦੀਆਂ ਜੜ੍ਹਾਂ ਮਿੱਟੀ ਨੂੰ ਜਕੜ ਕੇ ਰੱਖਦੀਆਂ ਹਨ। ਜੇ ਅਸੀਂ ਜੰਗਲਾਂ ਦੀ ਕਟਾਈ ਕਰਾਂਗੇ ਤਾਂ ਭੂਮੀ ਖੋਰ ਹੋਏਗਾ, ਇਹਦੇ ਨਾਲ ਮੱਲੜ ਦੀ ਕਮੀ ਆ ਜਾਏਗੀ। ਮੱਲੜ ਕਿਵੇਂ ਬਣਦੀ ਹੈਗੀ ਹੈ? ਪੱਤਿਆਂ ਦੇ ਗਲਣ, ਸੜਨ ਨਾਲ, ਘਟਣ ਨਾਲ। ਤਾਂ ਭੂਮੀ ਖੋਰ ਦੇ ਕਰਕੇ ਸਾਡੇ ਜਿਹੜੇ ਹੈਗੇ ਆ ਉਪਜਾਊ ਜ਼ਮੀਨ ਕਾਸ਼ ਕਨਵਰਟ ਹੋ ਜਾਏਗੀ ਮਾਰੂਥਲ ਦੇ ਵਿੱਚ। ਜੰਗਲਾਂ ਦੀ ਕਟਾਈ ਦੇ ਕਰਕੇ ਪੋਸ਼ਕ ਤੱਤਾਂ ਦੀ ਭੂਮੀ ਦੇ ਵਿੱਚ ਕਮੀ ਹੋ ਜਾਂਦੀ ਹੈਗੀ ਹੈ। ਤਾਂ ਸਾਨੂੰ ਜੰਗਲੀ ਜੀਵਾਂ ਦੀ ਸੁਰੱਖਿਆ ਕਰਨ ਲਈ ਅਸੀਂ ਬਾਇਓਸਫੀਅਰ ਰਿਜ਼ਰਵ, ਨੈਸ਼ਨਲ ਪਾਰਕ ਵਗੈਰਾ ਬਣਾਏ ਹੋਏ ਹੈ, ਜਿਹਦੇ ਵਿੱਚ ਇੱਕ ਲਿਮਿਟਡ ਏਰੀਆ ਹੁੰਦਾ। ਠੀਕ ਹੈ। ਉਹ ਜਿਵੇਂ ਹਿਮਾਲਿਆ ਪਰਬਤ ਹੈ, ਉਹਦੇ ਆਸ ਪਾਸ ਦੇ ਏਰੀਆ, ਹਿਮਾਲਿਆ ਪਰਬਤ, ਪੱਛਮੀ ਘਾਟ ਦੇ ਵਿੱਚ ਮਿਲਣ ਵਰਗੇ ਪੌਦੇ ਜੰਤੂ ਹਨ, ਇਹਨਾਂ ਦੇ ਕੁਦਰਤੀ ਨਿਵਾਸ ਹਨ। ਜੀਵ ਮੰਡਲ ਸੁਰੱਖਿਅਨ ਖੇਤਰ ਜਿਵੇਂ ਪਾਰਕ ਹੋ ਗਿਆ। ਠੀਕ ਹੈ। ਜਿੱਥੇ ਜੈਵਿਕ ਜੀਵਾਂ ਨੂੰ ਰੱਖਿਆ ਜਾਂਦਾ ਹੈ। ਪ੍ਰਿਥਵੀ ਦਾ ਉਹ ਹਿੱਸਾ ਜਿੱਥੇ ਸੰਜੀਵ ਪਾਏ ਜਾਂਦੇ ਹਨ ਅਤੇ ਬਹੁਤ ਸਾਰੀਆਂ ਪ੍ਰਜਾਤੀਆਂ ਹੁੰਦੀਆਂ ਹਨ ਜਿਹੜੀਆਂ ਕਿ ਆਪਸੀ ਅਤੇ ਵਾਤਾਵਰਨ ਨਾਲ ਸੰਬੰਧ ਰੱਖਦੀਆਂ ਹਨ। ਉਹਨੂੰ ਕੀ ਕਹਿੰਦੇ ਆ? ਜੀਵ ਮੰਡਲ ਕਹਿੰਦੇ ਹਨ। ਜਿਵੇਂ ਅਸੀਂ ਪੌਦਿਆਂ ਅਤੇ ਜੰਤੂਆਂ ਨੂੰ ਸੁਰੱਖਿਅਤ ਰੱਖਣ ਲਈ ਰੱਖਾਂ ਨੈਸ਼ਨਲ ਪਾਰਕ, ਬਾਇਓਸਫੀਅਰ ਰਿਜ਼ਰਵ, ਸੈਂਚੁਰੀਜ਼ ਬਣਾਈਆਂ ਹੋਈਆਂ, ਵਾਈਲਡ ਲਾਈਫ ਸੈਂਚੁਰੀਜ਼, ਨੈਸ਼ਨਲ ਪਾਰਕ ਬਣਾਏ ਹੋਏ ਆ, ਬਾਇਓਸਫੀਅਰ ਰਿਜ਼ਰਵ ਵਗੈਰਾ। ਇੱਥੇ ਅਸੀਂ ਜੀਵ ਜੰਤੂਆਂ ਨੂੰ ਸੁਰੱਖਿਅਤ ਰੱਖਦੇ ਹਨ, ਪੌਦਿਆਂ ਨੂੰ। ਠੀਕ ਹੈ। ਨੈਚੁਰਲ ਅਵਸਥਾਨ ਦੀ ਤਰ੍ਹਾਂ ਹੀ ਪ੍ਰੋਵਾਈਡ ਕਰਕੇ। ਤਾਂ ਇਹ ਜਿਹੜੇ ਵੀ ਬਾਇਓਸਫੀਅਰ ਰਿਜ਼ਰਵ ਹੁੰਦੇ ਆ, ਉੱਥੇ ਪਸ਼ੂ ਖੇਤੀ ਕਰਨੀ, ਪਸ਼ੂ ਚਰਾਣੇ, ਜੰਗਲਾਂ ਦੀ ਦਰੱਖਤਾਂ ਦੀ ਕਟਾਈ, ਸ਼ਿਕਾਰ, ਇਹ ਇਹਨਾਂ ਚੀਜ਼ਾਂ ਤੋਂ ਮਨਾਹੀ ਹੁੰਦੀ ਹੈ। ਠੀਕ ਹੈ। ਮਨੁੱਖ ਆਪਣੇ ਮਨੁੱਖੀ ਦਖਲ ਅੰਦਾਜ਼ੀ ਤੋਂ ਰੋਕਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਨੈਸ਼ਨਲ ਪਾਰਕ, ਬਾਇਓਸਫੀਅਰ ਰਿਜ਼ਰਵ ਵਗੈਰਾ, ਜਿੱਥੇ ਜੀਵ ਜੰਤੂਆਂ ਨੂੰ ਅਸੀਂ ਰਿਜ਼ਰਵ ਕਰਕੇ ਰੱਖਦੇ ਹਾਂ। ਇੱਕ ਪਰਟੀਕੂਲਰ ਏਰੀਆ ਅਸੀਂ ਸਿਲੈਕਟ ਕਰਦੇ ਹੈਗੇ ਹਾਂ। ਠੀਕ ਹੈ। ਜੰਗਲਾਤ ਵਿਭਾਗ ਵੱਲੋਂ ਉੱਥੇ ਨੈਚੁਰਲ ਇਨਵਾਇਰਮੈਂਟ ਪ੍ਰੋਵਾਈਡ ਕੀਤਾ ਜਾਂਦਾ ਪੌਦੇ ਜੰਤੂਆਂ ਨੂੰ, ਪਰ ਉੱਦਾਂ ਦੇ ਕੋਈ ਹਾਰਮ ਨਹੀਂ ਹੁੰਦਾ, ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਂਦਾ। ਉਹਨਾਂ ਦੀ ਉੱਥੇ ਬਰੀਡਿੰਗ ਕਰਕੇ ਉਹਨਾਂ ਦੀ ਜਨਰੇਸ਼ਨ ਵਗੈਰਾ ਚਲਾਈ ਜਾਂਦੀ ਹੈ। ਪੌਦਿਆਂ ਅਤੇ ਜੰਤੂ, ਸੂਖਮ ਜੀਵਾਂ ਦੀਆਂ ਪ੍ਰਜਾਤੀਆਂ ਜੀਵ ਮੰਡਲ ਰਿਜ਼ਰਵ ਦੇ ਵਿੱਚ ਅਸੀਂ ਪ੍ਰੀਜ਼ਰਵ ਕਰਕੇ ਰੱਖਦੇ ਹਾਂ। ਪ੍ਰੀਜ਼ਰਵ ਕਹਿ ਲਓ, ਜਾਂ ਉਹਨਾਂ ਨੂੰ ਉੱਥੇ ਸੁਰੱਖਿਅਤ ਖੇਤਰ ਪ੍ਰੋਵਾਈਡ ਕਰਦੇ ਹਾਂ। ਜਿਵੇਂ ਸਾਡੇ ਇੱਥੇ ਅਸੀਂ ਪੰਜਾਬ ਦੇ ਵਸਨੀਕ ਹਾਂ, ਤਾਂ ਬਨੂੜ ਨੈਸ਼ਨਲ ਪਾਰਕ ਹੈਗਾ। ਠੀਕ ਹੈ। ਵਾਈਲਡ ਲਾਈਫ ਸੈਂਚੁਰੀ ਹੈ, ਇੱਕ ਸੁਖਨਾਲਾ ਵਾਈਲਡ ਲਾਈਫ ਸੈਂਚੁਰੀ ਹੈ। ਤਾਂ ਜੀਵ ਮੰਡਲ ਅਤੇ ਬਾਇਓਸਫੀਅਰ ਰਿਜ਼ਰਵ, ਨੈਸ਼ਨਲ ਪਾਰਕ, ਬੋਰੀ, ਪੰਚਮੜੀ, ਇਹ ਵੀ ਰੱਖਾਂ ਹਨ। ਤੁਸੀਂ ਇਕੱਠਾ ਕਰ ਸਕਦੇ ਹੋ ਕਿ ਸਾਡੇ ਜ਼ਿਲ੍ਹੇ 'ਚ, ਸਾਡੇ ਪ੍ਰਾਂਤ, ਸਾਡੇ ਦੇਸ਼ 'ਚ
ਕਿਹੜੇ ਨੈਸ਼ਨਲ ਪਾਰਕ, ਬਾਇਓਸਫੀਅਰ ਰਿਜ਼ਰਵ ਅਤੇ ਸੈਂਚੁਰੀਜ਼ ਹਨ। ਇੱਕ ਮੈਪ ਦਿਖਾਇਆ ਪੰਚਮੜੀ ਨੈਸ਼ਨਲ ਪਾਰਕ, ਠੀਕ ਹੈ। ਇਹਦੇ ਵਿੱਚ ਪੰਚਮੜੀ, ਸਤਪੁੜਾ ਨੈਸ਼ਨਲ ਪਾਰਕ ਵਗੈਰਾ, ਬਾਇਓਸਫੀਅਰ ਰਿਜ਼ਰਵ ਏਰੀਆ। ਤਾਂ ਤੁਸੀਂ ਆਪਣੇ ਪੰਜਾਬ ਦਾ ਨਕਸ਼ਾ ਲੈ ਕੇ ਉਸ 'ਚ ਬਾਇਓਸਫੀਅਰ ਰਿਜ਼ਰਵ, ਜਿਵੇਂ ਕਾਜ਼ੀਰੰਗਾ ਨੈਸ਼ਨਲ ਪਾਰਕ ਹੈਗਾ, ਇੱਦਾਂ ਪੰਜਾਬ ਦੀ ਅਸੀਂ ਗੱਲ ਕਰੀਏ, ਸਿੱਖਣਾ ਵਾਈਲਡ ਲਾਈਫ ਸੈਂਚੁਰੀ ਅਤੇ ਬਨੂੜ ਨੈਸ਼ਨਲ ਪਾਰਕ ਹੈਗਾ ਇੱਥੇ ਵਾਈਲਡ ਲਾਈਫ ਸੈਂਚੁਰੀ। ਹੁਣ ਤਾਂ ਉਹ ਹੋਰ ਵੀ ਜ਼ਿਆਦਾ ਡਿਵੈਲਪ ਹੋ ਚੁੱਕਿਆ। ਇੱਥੇ ਅਸੀਂ ਜੈਵ ਵਿਭਿੰਨਤਾ ਮੀਨਸ ਮਨੁੱਖੀ ਕਿਰਿਆਵਾਂ ਨਹੀਂ ਹੋਣਗੀਆਂ, ਠੀਕ ਹੈ। ਜਿਵੇਂ ਅਸੀਂ ਕਿਹਾ ਪਸ਼ੂ ਨੂੰ ਮਾਰਨਾ, ਚਮੜਾ, ਇਹ ਉਹ। ਤਾਂ ਇੱਥੇ ਬਨਸਪਤੀ ਜਗਤ ਜੋ ਵੀ ਹੈ, ਪੇੜ ਪੌਦੇ, ਬਨਸਪਤੀ ਜਗਤ ਅਤੇ ਜੀਵ ਜਗਤ, ਫਲੋਰਾ ਐਂਡ ਫੋਨਾ। ਫਲੋਰਾ ਮੀਨਸ ਬਨਸਪਤੀ ਜਗਤ, ਫੋਨਾ ਮੀਨਸ ਐਨੀਮਲ ਸਮੂਹ, ਠੀਕ। ਤਾਂ ਬਾਇਓਸਫੀਅਰ ਰਿਜ਼ਰਵ ਦੇ ਵਿੱਚ ਇਹ ਸਾਡੇ ਮਤਲਬ ਇੱਕ ਤਰ੍ਹਾਂ ਗ੍ਰੀਨ ਵੈਲਥ ਦਾ ਕੰਮ ਕਰਦੇ ਹੈ। ਇਹਨਾਂ ਦੇ ਵਿੱਚ ਟੀਕ, ਸਾਗਵਾਨ ਇਹਨਾਂ ਦਾ, ਠੀਕ ਹੈ। ਜਿਵੇਂ ਅੰਬ, ਸਾਗਵਾਨ, ਸਾਲ, ਅੰਬ, ਜਾਮੁਨ, ਅਰਜੁਨ ਆਦਿ ਦੇ ਪੇੜ ਲਗਾਏ ਜਾਂਦੇ ਹਨ। ਚਿੰਕਾਰਾ, ਨੀਲਗਾਉਂ, ਵਾਰਕਿੰਗ ਹਿਰਨ, ਚੀਤਲ, ਤੇਂਦੂਆ, ਇਹ ਸਾਰੇ ਪੰਚਮੜੀ ਨੈਸ਼ਨਲ ਪਾਰਕ ਦੇ ਵਿੱਚ ਬਾਇਓਸਫੀਅਰ। ਕੁਛ ਐਨੀਮਲਸ ਦਿਖਾਏ ਆ ਔਰ ਪਲਾਂਟਸ ਦਿਖਾਏ ਆ, ਜਿਵੇਂ ਫਰਨ ਹੈਗੀ ਹੈ, ਠੀਕ ਹੈ। ਤਾਂ ਇਹਨਾਂ ਦੇ ਨਾਮ ਨੀਚੇ ਲਿਖਿਆ, ਜੰਗਲੀ ਕੁੱਤਾ, ਚੀਤਾ, ਭੇੜੀਆ। ਇਹਨਾਂ ਨੂੰ ਜਿਨ੍ਹਾਂ ਦੀ ਮਤਲਬ ਖਤਰੇ ਦੀ ਕਗਾਰ, ਖਤਰੇ ਦੀ ਨਹੀਂ ਮਤਲਬ ਕੁਛ ਕੁ ਕੁਆਂਟਿਟੀ ਰਹਿ ਗਈ ਹੈਗੀ ਆ, ਅਮਾਊਂਟ, ਠੀਕ ਹੈ। ਜਨਸੰਖਿਆ ਜਿਨ੍ਹਾਂ ਦੀ ਸੰਖਿਆ ਘੱਟ ਗਈ ਹੈ, ਤਾਂ ਉਹਨਾਂ ਨੂੰ ਬਾਇਓਸਫੀਅਰ ਰਿਜ਼ਰਵ ਖੇਤਰ ਦੇ ਵਿੱਚ ਰੱਖਿਆ ਜਾਂਦਾ ਹੈ। ਤੁਸੀਂ ਉਸ ਤੋਂ ਬਾਅਦ ਹੈਗਾ ਸਥਾਨਿਕ ਪ੍ਰਜਾਤੀਆਂ। ਸਥਾਨਿਕ ਪ੍ਰਜਾਤੀਆਂ ਦਾ ਮਤਲਬ ਕੀ ਹੁੰਦਾ, ਜਿਹੜੀ ਇੱਕ ਪਰਟੀਕੂਲਰ ਏਰੀਆ 'ਚ ਹੀ ਹੋਵੇ, ਠੀਕ ਹੈ। ਉਹਨੂੰ ਕੀ ਕਹਿੰਦੇ ਆ, ਸਥਾਨਿਕ ਪ੍ਰਜਾਤੀਆਂ। ਮਤਲਬ ਇੱਕ ਖਾਸ ਸਥਾਨ 'ਤੇ ਮਿਲੇ ਉਸਨੂੰ, ਜਿਵੇਂ ਦਿਓ, ਕੱਦ, ਕਾਟੋ, ਗਲਹਿਰੀ, ਸਕਿਰਲ, ਠੀਕ ਹੈ। ਜਾਂ ਹੈਗੇ ਆ, ਇਹ ਬਹੁਤ ਵੱਡੀ ਹੁੰਦੀ ਹੈ ਅਤੇ ਇਹਦੀ ਰੂਦਾਰ ਪੂਛ ਹੁੰਦੀ ਹੈ। ਤੁਸੀਂ ਇਹਦੀ ਪਿਕਚਰਸ ਵਗੈਰਾ ਦੇਖ ਸਕਦੇ ਹੋ। ਸਥਾਨਿਕ ਪ੍ਰਜਾਤੀਆਂ ਕੀ ਹੁੰਦੀਆਂ ਹਨ, ਜਿਹੜੀਆਂ ਵਿਸ਼ੇਸ਼ ਰੂਪ ਵਿੱਚ ਇੱਕ ਖਾਸ ਖੇਤਰ ਦੇ ਵਿੱਚ ਪਾਈਆਂ ਜਾਂਦੀਆਂ ਹਨ। ਉਸ ਪਰਟੀਕੂਲਰ ਏਰੀਆ 'ਚ ਮਿਲਣ, ਕਿਸੇ ਖਾਸ ਖੇਤਰ, ਪ੍ਰਾਂਤ, ਠੀਕ ਹੈ, ਉੱਥੇ ਹੀ ਮਿਲਣ, ਤਾਂ ਉਹਨੂੰ ਅਸੀਂ ਕੀ ਆ, ਸਥਾਨਕ ਪ੍ਰਜਾਤੀਆਂ ਕਹਾਂਗੇ। ਜਿਵੇਂ ਜੰਗਲੀ ਅੰਬ ਜਾਂ ਸਾਲ ਜਿਹੜੇ ਹੈਗੇ ਆ, ਪੰਚਮੜੀ ਬਾਇਓਸਫੀਅਰ ਰਿਜ਼ਰਵ 'ਚ ਹੀ ਮਿਲਦੇ ਹੈਗੇ ਆ। ਲਾਈਕ ਅਸੀਂ ਕਿਸੇ ਮੰਨ ਲਓ ਕੋਈ ਜਗ੍ਹਾ ਹੈਗੀ ਹੈ ਜਿੱਥੇ ਬਹੁਤ ਸੋਹਣਾ ਬਾਗ ਬਗੀਚੇ ਹੈਗੇ ਆ, ਉੱਥੇ ਮੋਰ ਰਹਿੰਦੇ ਆ, ਤਾਂ ਉਹ ਮੋਰ ਉਸ ਜਗ੍ਹਾ ਦੇ ਕੀ ਹੋ ਜਾਣਗੇ, ਸਥਾਨਕ ਪ੍ਰਜਾਤੀ ਹੋ ਜਾਣਗੇ, ਠੀਕ ਹੈ। ਐਂ ਤਾਂ ਨਹੀਂ ਹੈ ਵੀ ਸਾਰੀ ਕਿਤੇ ਹੀ ਮੋਰ ਮਿਲਦੇ ਹੋਣ। ਤਾਂ ਵਿਸ਼ਵ ਭਾਰਤੀ ਵਿਸ਼ਾਲ ਦਿਓ, ਕੱਦ ਗਲਹਿਰੀ, ਉੱਡਣ ਵਾਲੀ ਗਲਹਿਰੀ, ਇਹ ਸਥਾਨਕ ਪ੍ਰਜਾਤੀਆਂ ਹਨ। ਕਿੱਥੋਂ ਦੀਆਂ, ਪੰਚਮੜੀ ਨੈਸ਼ਨਲ ਪਾਰਕ ਦੀਆਂ। ਅਤੇ ਇਹਨਾਂ ਦੇ ਨਿਵਾਸ ਸਥਾਨ ਦੇ ਨਸ਼ਟ ਹੋਣ ਕਰਕੇ, ਵੱਧਦੀ ਜਨਸੰਖਿਆ ਦੇ ਕਰਕੇ, ਇਹਨਾਂ ਦੇ ਕੁਦਰਤੀ ਮਨੁੱਖਾਂ ਦੇ ਇਹਨਾਂ ਦੇ ਨਿਵਾਸ ਸਥਾਨ 'ਤੇ ਪ੍ਰਭਾਵ ਪਾਇਆ ਅਤੇ ਇਹਨਾਂ ਦੀ ਹੋਂਦ 'ਚ ਖਤਰਾ ਹੋ ਗਿਆ। ਇਸ ਕਰਕੇ ਅਸੀਂ ਇਹਨਾਂ ਨੂੰ ਪੰਚਮੜੀ ਨੈਸ਼ਨਲ ਪਾਰਕ ਦੇ ਵਿੱਚ ਰਿਜ਼ਰਵ ਕੀਤਾ ਹੋਇਆ। ਵਿਸ਼ਾਲ ਗਲਹਿਰੀ ਦਿਖਾਈ ਹੈਗੀ ਹੈ, ਰੂਈਦਾਰ ਪੂਛ ਹੈਗੀ ਹੈ। ਇੱਕ ਪ੍ਰਜਾਤੀ ਕੀ ਹੁੰਦੀ ਹੈ, ਸੰਜੀਵਾਂ ਦਾ ਸਮੂਹ ਹੁੰਦਾ, ਜਿਹੜੇ ਕਿ ਆਪਸ 'ਚ ਰੀਪਰੋਡਕਸ਼ਨ ਕਰਕੇ ਆਪਣੀ ਮਤਲਬ ਅੱਗੇ ਆਪਣੀ ਜਨਰੇਸ਼ਨ ਨੂੰ ਚਲਾਉਂਦੇ ਆ। ਉਹਨਾਂ ਦੇ ਵਿੱਚ ਇੱਕੋ ਜਿਹੇ ਲੱਛਣ ਹੁੰਦੇ ਆ, ਉਸ ਨੂੰ ਇੱਕ ਪ੍ਰਜਾਤੀ ਕਹਿੰਦੇ ਆ। ਕਿਸੇ ਪਰਟੀਕੂਲਰ ਖੇਤਰ ਦੇ ਵਿੱਚ ਮਿਲਣ ਵਾਲੀ ਜਾਤੀ ਨੂੰ ਅਸੀਂ ਇੱਕ ਪ੍ਰਜਾਤੀ ਬੋਲਾਂਗੇ। ਵਾਈਲਡ ਲਾਈਫ ਸੈਂਚੁਰੀ ਜਾਂ ਰੱਖਾਂ ਕੀ ਹੁੰਦੀਆਂ, ਇਹ ਵੀ ਇੱਕ ਸੁਰੱਖਿਅਤ ਜੰਗਲ ਦੀ ਤਰ੍ਹਾਂ ਹੀ ਹੈ, ਜਿੱਥੇ ਅਸੀਂ ਪਸ਼ੂ, ਜੰਤੂਆਂ ਅਤੇ ਪੌਦਿਆਂ ਨੂੰ ਢੁਕਵੇਂ ਸਥਾਨ ਪ੍ਰੋਵਾਈਡ ਕਰਦੇ ਹਾਂ, ਤਾਂ ਕਿ ਉਹਨਾਂ ਦੀ ਜਿਉਂਦੇ ਰਹਿਣ ਲਈ ਢੁਕਵੇਂ ਹਾਲਤ ਪ੍ਰੋਵਾਈਡ ਕੀਤੇ ਜਾਂਦੇ ਹਨ। ਇੱਥੇ ਜਾਨਵਰਾਂ ਨੂੰ ਮਾਰਨ ਅਤੇ ਸ਼ਿਕਾਰ ਕਰਨ ਦੀ ਮਨਾਹੀ ਹੁੰਦੀ ਹੈ। ਰੂਲਸ ਸਾਰੇ ਕਿਤੇ ਸੇਮ ਹੀ ਹੈ, ਨੈਸ਼ਨਲ ਪਾਰਕ ਹੋਵੇ, ਵਾਈਲਡ ਲਾਈਫ ਸੈਂਚੁਰੀ ਹੋਵੇ, ਠੀਕ ਹੈ। ਤਾਂ ਉੱਥੇ ਜੰਗਲੀ ਜਾਨਵਰਾਂ ਨੂੰ ਮਤਲਬ ਰਹਿਣ ਦੀਆਂ ਸਹੂਲਤਾਂ, ਖਾਣਾ, ਪਾਣੀ, ਦਵਾਈਆਂ, ਬਿਮਾਰੀਆਂ ਤੋਂ ਬਚਾਅ ਕੀਤਾ ਜਾਂਦਾ। ਉਹਨਾਂ ਦੀ ਅੱਗੇ ਰੀਪਰੋਡਕਸ਼ਨ ਕਰਾ ਕੇ ਆਰਟੀਫਿਸ਼ਲ ਕਰਾ ਕੇ, ਠੀਕ ਹੈ, ਇਨ ਵੀਵੋ ਫਰਟੀਲਾਈਜੇਸ਼ਨ ਰਾਹੀਂ ਉਹਨਾਂ ਦੀ ਅੱਗੇ ਜਨਰੇਸ਼ਨ ਚਲਾਈ ਜਾਂਦੀ ਹੈਗੀ ਹੈ। ਸਤਪੁੜਾ ਨੈਸ਼ਨਲ ਪਾਰਕ ਦੇ ਬਾਰੇ ਦੱਸਿਆ ਇੱਥੇ ਵੀ, ਦਿਸ ਇਜ਼ ਦੀ ਨੈਸ਼ਨਲ ਪਾਰਕ। ਤਾਂ ਇਹ ਸਤਪੁੜਾ ਨੈਸ਼ਨਲ ਪਾਰਕ ਭਾਰਤ ਦਾ ਸਭ ਤੋਂ ਪਹਿਲਾ ਸੁਰੱਖਿਅਤ ਜੰਗਲ ਹੈ, ਠੀਕ ਹੈ। ਇਸ 'ਚ ਸਾਗਵਾਨ, ਟੀਕਵੁੱਡ ਮਿਲਦੀ ਹੈ,
ਸਭ ਤੋਂ ਪਹਿਲਾ ਨੈਸ਼ਨਲ ਪਾਰਕ ਭਾਰਤ ਦਾ ਕੌਣ ਹੈਗਾ? ਸਤਪੁੜਾ ਨੈਸ਼ਨਲ ਪਾਰਕ, ਟੀਕਵੁੱਡ ਮਿਲਦੀ ਹੈਗੀ ਹੈ। ਸੰਕਟਕਾਲੀਨ ਜਾਤੀਆਂ ਮੀਨਸ ਜਿਨ੍ਹਾਂ ਦੀ ਹੋਂਦ ਨੂੰ ਖਤਰਾ ਹੈਗਾ, ਜਿਵੇਂ ਕਾਲੇ ਹਿਰਨ, ਸਫੇਦ ਅੱਖਾਂ ਵਾਲੇ ਹਿਰਨ, ਹਾਥੀ, ਸੁਨਹਿਰੀ ਬਿੱਲੀ, ਗੁਲਾਬੀ ਸਿਰ ਵਾਲੀ ਬੱਤਖ, ਘੜਿਆਲ, ਦਲੀ ਮਗਰਮੱਛ, ਅਜਗਰ, ਗੈਂਡਾ। ਇਹ ਸਾਰੀਆਂ ਜੰਗਲੀ ਜੀਵਾਂ ਰੱਖਾਂ ਵਿੱਚ ਸੁਰੱਖਿਅਤ ਕੀਤੇ ਜਾਂਦੇ ਹਨ। ਭਾਰਤੀ ਰੱਖਾਂ ਮਤਲਬ ਇੰਨੇ ਅੱਛੇ ਸੁੰਦਰ ਨਜ਼ਾਰੇ, ਕੁਦਰਤੀ ਨਜ਼ਾਰੇ ਹੁੰਦੇ ਆ ਇਹਦੇ ਵਿੱਚ। ਪਹਾੜੀ ਜੰਗਲਾਂ, ਦਰਿਆਵਾਂ, ਡੈਲਟਾ ਅਤੇ ਝਾੜੀਦਾਰ ਬੁਸ਼ਲੈਂਡਸ ਆਦਿ ਵੀ ਸ਼ਾਮਿਲ ਕੀਤੀਆਂ ਜਾਂਦੀਆਂ ਹਨ। ਠੀਕ ਹੈ, ਤੁਸੀਂ ਕਈ ਵਾਰੀ ਚਿੜੀਆ ਘਰ ਗਏ ਹੈਗੇ ਹੋ ਕਿ ਇੱਕ ਨੈਸ਼ਨਲ ਪਾਰਕ ਹੈ। ਸਤਪੁੜਾ ਨੈਸ਼ਨਲ ਪਾਰਕ ਵਿੱਚ ਗੁਫਾਵਾਂ ਵਗੈਰਾ ਹੈਗੀਆਂ ਜਿੱਥੇ ਕਿ ਮਨੁੱਖੀ ਜ਼ਿੰਦਗੀ ਦੇ ਪੂਰਵ ਇਤਿਹਾਸ ਦਾ ਪ੍ਰਮਾਣ ਹਨ। ਇਹਨਾਂ ਗੁਫਾਵਾਂ ਵਿੱਚ ਚੱਟਾਨਾਂ ਉੱਪਰ ਚਿੱਤਰਕਲਾ ਕੀਤੀ ਗਈ ਹੈ। ਪੰਚਮੜੀ ਰਿਜ਼ਰਵ ਦੇ ਵਿੱਚ 55 ਚੱਟਾਨਾਂ ਹਨ ਜਿਨ੍ਹਾਂ ਉੱਤੇ ਮਨੁੱਖਾਂ ਦੀਆਂ, ਸ਼ਿਕਾਰ ਕਰਦਿਆਂ ਦੀਆਂ ਨਾਚ, ਸਾਜ਼ ਸਮਾਨ, ਆਦੀਵਾਸੀ ਜੀਵਨ ਖੇਤਰ ਨੂੰ ਦਰਸਾਇਆ ਗਿਆ ਹੈਗਾ। ਮੀਨਸ ਉੱਥੇ ਜਦੋਂ ਪੁਰਾਣੇ ਜ਼ਮਾਨੇ 'ਚ ਲਾਈਫ ਰਾਈਜ਼ ਹੋਈ ਸੀ, ਪੱਥਰ ਯੁੱਗ ਸੀਗਾ, ਉਹਨਾਂ ਦੀਆਂ ਵੀ ਪਿਕਚਰਸ ਉੱਥੇ ਸ਼ੋਅ ਕੀਤੀਆਂ ਗਈਆਂ ਹੈ। ਤੁਸੀਂ ਆਪਣੇ ਸਤਪੁੜਾ ਟਾਈਗਰ ਰਿਜ਼ਰਵ ਦਾ ਦੇਖ ਸਕਦੇ ਹੋ। ਇੱਥੇ ਬਾਘਾਂ ਮੀਨਸ ਟਾਈਗਰ ਨੂੰ ਸਰਕਾਰ ਨੇ ਰਿਜ਼ਰਵ ਕੀਤਾ ਗਿਆ ਕਿਉਂਕਿ ਇਹਨਾਂ ਦੀ ਬਾਘ ਅਮਾਊਂਟ ਕਹਿ ਲਓ, ਗਿਣਤੀ ਬਹੁਤ ਘੱਟ ਗਈ ਆ। ਜੰਗਲੀ ਮੱਝ ਹੈ, ਬਾਰਾਸਿੰਗਾ ਵਗੈਰਾ ਇਹਨਾਂ ਨੂੰ ਦਿਖਾਇਆ ਗਿਆ ਹੈਗਾ। ਪ੍ਰੋਜੈਕਟ ਟਾਈਗਰ ਕਿਹੜੇ ਸੰਨ 'ਚ ਲਾਗੂ ਕੀਤਾ ਗਿਆ ਸੀ? ਸਤਪੁੜਾ ਟਾਈਗਰ ਰਿਜ਼ਰਵ ਜੋ ਹੈ ਉੱਥੇ ਟਾਈਗਰਸ ਨੂੰ ਰੱਖਿਆ ਜਾਂਦਾ, ਪ੍ਰੋਜੈਕਟ ਟਾਈਗਰ, ਤਾਂ ਕਿ ਇਹਨਾਂ ਦੀ ਹੋਂਦ ਨੂੰ ਬਚਾ ਕੇ ਰੱਖਿਆ ਜਾਵੇ। ਸੰਕਟਕਾਲੀਨ ਜਾਤੀਆਂ ਕਹਿ ਲਓ, ਅਲੋਪ ਹੋਣ ਵਾਲੀਆਂ। ਠੀਕ ਹੈ, ਬਾਘਾਂ ਦੀ ਜਨਸੰਖਿਆ ਜਿਹੜੀ ਹੈਗੀ ਹੈ ਘੱਟ ਰਹੀ ਸੀਗੀ, ਤਾਂ ਜਦੋਂ ਇਹਨਾਂ ਨੂੰ ਅਸੀਂ ਸਤਪੁੜਾ ਨੈਸ਼ਨਲ ਪਾਰਕ 'ਚ ਰੱਖਿਆ, ਉੱਥੇ ਇਹਨਾਂ ਦੀ ਬਰੀਡਿੰਗ ਕਰਾਈ, ਤਾਂ ਇਹਨਾਂ ਦੀ ਸੰਖਿਆ 'ਚ ਵਾਧਾ ਹੋਇਆ। ਇਸ ਤੋਂ ਬਿਨਾਂ ਸਤਪੁੜਾ ਨੈਸ਼ਨਲ ਪਾਰਕ 'ਚ ਸ਼ੇਰ, ਹਾਥੀ, ਜੰਗਲੀ ਮੱਝਾਂ, ਬਾਰਾਸਿੰਗਾ ਆਦਿ ਜੰਤੂ ਵੀ ਪਾਏ ਜਾਂਦੇ ਹਨ। ਖਾਤਮੇ ਦੀ ਕਗਾਰ 'ਤੇ, ਜਿਨ੍ਹਾਂ ਦੀ ਬਹੁਤ ਜ਼ਿਆਦਾ ਗਿਣਤੀ ਘੱਟ ਗਈ ਹੈ। ਠੀਕ ਹੈ, ਕੁਛ ਹੀ ਰਹਿ ਗਏ, ਤਾਂ ਉਹਨਾਂ ਨੂੰ ਅਸੀਂ ਕੀ ਕਹਾਂਗੇ? ਖਾਤਮੇ ਦੀ ਕਗਾਰ 'ਤੇ ਪ੍ਰਜਾਤੀ ਹੈ। ਜਿਵੇਂ ਡਾਇਨਾਸੋਰ ਹੈ, ਡਾਇਨਾਸੋਰ ਇੱਕ ਟਾਈਮ ਹੁੰਦਾ ਸੀਗਾ, ਹੁਣ ਅਲੋਪ ਹੋ ਗਿਆ ਕਿਉਂਕਿ ਧਰਤੀ 'ਤੇ ਇੱਦਾਂ ਦਾ ਵਾਤਾਵਰਨ ਬਣਿਆ, ਗਰਮੀ ਜਾਂ ਤਾਂ ਉਹ ਨਹੀਂ ਸਹਿਣ ਕਰ ਸਕੇ, ਤਾਂ ਉਹਨਾਂ ਦੀ ਪੂਰੀ ਪ੍ਰਜਾਤੀ ਕੀ ਹੈ? ਖਤਮ ਹੋ ਗਈ। ਇਸੇ ਤਰ੍ਹਾਂ ਖਾਤਮੇ ਦੀ ਕਗਾਰ 'ਤੇ ਜਿਹੜੀਆਂ ਜਾਤੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਗਿਣਤੀ ਬਹੁਤ ਥੋੜ੍ਹੀ ਰਹਿ ਗਈ, ਲੁਪਤ ਹੋਣ ਦਾ ਖਤਰਾ ਹੋਵੇ। ਠੀਕ ਹੈ, ਜਿਵੇਂ ਸੱਪ, ਡੱਡੂ, ਛਿਪਕਲੀਆਂ, ਚਮਗੱਦੜ, ਉੱਲੂ, ਇਹਨਾਂ ਨੂੰ ਅੰਨ੍ਹੇਵਾਹ ਮਾਰ ਰਹੇ ਹੈਗੇ ਆ। ਤਾਂ ਹਰ ਇੱਕ ਐਨੀਮਲ ਹੈ, ਜੀਵ ਜੰਤੂ ਹੈ, ਉਹਨਾਂ ਦੀ ਫੂਡ ਚੇਨ ਦੇ ਵਿੱਚ ਬਹੁਤ ਮਹੱਤਤਾ ਹੈਗੀ ਆ। ਹਰ ਇੱਕ ਕੋਈ ਪ੍ਰੇ ਅਤੇ ਪ੍ਰੀਡੇਟਰ ਹੈਗਾ, ਇੱਕ ਲਈ ਭੋਜਨ ਦਾ ਕੰਮ ਕਰ ਰਿਹਾ ਹੈਗਾ, ਇੱਕ ਦੂਸਰੇ ਲਈ। ਅਤੇ ਪ੍ਰਸਥਿਤਿਕ ਪ੍ਰਬੰਧ 'ਚ ਹਰ ਇੱਕ ਦੀ ਬਹੁਤ ਜ਼ਿਆਦਾ ਇਸ ਮਹੱਤਤਾ ਹੈ। ਇਸ ਗੱਲ ਨੂੰ ਅਸੀਂ ਅਣਗੌਲਿਆ ਨਹੀਂ ਕਰ ਸਕਦੇ ਕਿਉਂਕਿ ਜਿਵੇਂ ਸ਼ਾਕਾਹਾਰੀ, ਮਾਸਾਹਾਰੀ, ਟੌਪ ਲੈਵਲ ਕਾਰਨੀਵੋਰਸ, ਇਹ ਸਾਰੇ ਇੱਕ ਭੋਜਨ ਲੜੀ ਦਾ ਹਿੱਸਾ ਹਨ। ਜੇ ਇੱਕ ਵੀ ਸ਼ਾਕਾਹਾਰੀ ਨਹੀਂ ਹੈਗੇ ਤਾਂ ਮਾਸਾਹਾਰੀ ਘਾਹ ਥੋੜ੍ਹੀ ਖਾਣਗੇ। ਇੱਦਾਂ ਕਰਕੇ ਪੂਰੀ ਭੋਜਨ ਲੜੀ ਜਾਂ ਭੋਜਨ ਜਾਲ ਕੀ ਹੈ? ਖਤਮ ਹੋ ਜਾਂਦਾ। ਪ੍ਰਸਥਿਤਿਕ ਪ੍ਰਬੰਧ ਇੱਕ ਖੇਤਰ ਹੈ ਜਿਸ ਵਿੱਚ ਪੌਦਿਆਂ, ਜੰਤੂ, ਸਿਖਮ ਜੀਵ ਜਿਵੇਂ ਜਲਵਾਯੂ, ਮਿੱਟੀ, ਦਰਿਆ, ਡੈਲਟੇ ਆਦਿ ਦੇ ਸੁਮੇਲ ਤੋਂ ਬਣਦਾ ਹੈ। ਰੈੱਡ ਡਾਟਾ ਬੁੱਕ ਜਾਂ ਲਾਲ ਕਿਤਾਬ ਕੀ ਹੈਗੀ ਹੈ? ਰੈੱਡ ਡਾਟਾ ਬੁੱਕ 'ਚ ਜਿਹੜੀਆਂ ਪ੍ਰਜਾਤੀਆਂ ਖਤਰੇ ਦੀ ਕਗਾਰ 'ਤੇ ਪਹੁੰਚ ਚੁੱਕੀਆਂ ਹਨ ਉਹਨਾਂ ਦਾ ਅਸੀਂ ਕੀ ਹੈ ਪੌਦਿਆਂ ਅਤੇ ਜੰਤੂਆਂ ਨੂੰ ਦਰਜ ਕੀਤਾ ਹੈ। ਜਿਹੜੀਆਂ ਖਤਮ ਹੋ ਚੁੱਕੀਆਂ ਹਨ। ਠੀਕ ਹੈ, ਰੈੱਡ ਡਾਟਾ ਬੁੱਕ ਦੇ ਵਿੱਚ ਜੋ ਖਤਰੇ ਦੀ ਕਗਾਰ 'ਤੇ ਪਹੁੰਚ ਗਏ ਉਹਨਾਂ ਦਾ ਰਿਕਾਰਡ ਰੱਖਿਆ ਗਿਆ, ਜੰਤੂਆਂ, ਪੌਦਿਆਂ, ਸੂਖਮ ਜੀਵਾਂ ਦਾ। ਇਹਨਾਂ ਨੂੰ ਰੈੱਡ ਡਾਟਾ ਬੁੱਕ 'ਚ ਤੁਸੀਂ ਲੌਗਇਨ ਕਰਕੇ ਇਹਦੇ ਵਿੱਚੋਂ ਦੇਖ ਸਕਦੇ ਹੋ ਕਿਹੜੀਆਂ ਪ੍ਰਜਾਤੀਆਂ ਰੈੱਡ ਡਾਟਾ ਬੁੱਕ ਦੇ ਵਿੱਚ ਦਰਜ ਹਨ। ਉਸ ਤੋਂ ਬਾਅਦ ਹੈਗਾ ਪ੍ਰਵਾਸ, ਮਾਈਗ੍ਰੇਸ਼ਨ। ਅਸੀਂ ਦੇਖਿਆ ਗਰਮੀਆਂ ਦੇ ਦਿਨਾਂ 'ਚ ਹਰੀਕੇ ਪੱਤਨ ਨਹਿਰ ਹੈਗੀ ਹੈ ਇੱਧਰ ਤਰਨ ਤਾਰਨ ਦੇ ਨੀਅਰ ਬਾਏ, ਤਾਂ ਉੱਥੇ ਪੰਛੀਆਂ ਦੀਆਂ ਬਹੁਤ ਸਾਰੀਆਂ ਵਰਾਇਟੀਜ਼ ਗਰਮੀਆਂ ਦੇ ਦਿਨਾਂ 'ਚ, ਠੀਕ ਹੈ, ਜੂਨ ਜੁਲਾਈ 'ਚ ਪੂਰਾ ਉੱਥੇ ਇੱਕ ਬੜਾ ਸੋਹਣਾ ਪੰਛੀਆਂ ਦਾ ਇੱਕ ਮੇਲਾ ਹੀ ਕਹਿ ਸਕਦੇ ਆ ਲੱਗਿਆ ਹੁੰਦਾ। ਉਹ ਕਿਉਂ ਆਉਂਦੇ ਹੈਗੇ ਆ? ਉਹ ਸਾਈਬੇਰੀਅਨ ਕ੍ਰੇਨਸ ਵਗੈਰਾ ਦੀ ਅਗਰ ਗੱਲ ਕਰੀਏ ਤਾਂ ਉੱਥੇ ਜਿਹੜੇ ਮੁਲਕਾਂ 'ਚ ਠੰਡ ਪੈਣ ਲੱਗ ਜਾਂਦੀ ਹੈਗੀ ਆ, ਠੀਕ ਹੈ, ਤਾਂ ਉੱਥੋਂ ਉੱਡ ਕੇ ਪੰਛੀਆਂ ਦੀਆਂ ਡਾਰਾਂ ਮੀਨਸ ਬਹੁਤ ਸਾਰੇ ਇੱਕ ਗਰੁੱਪ,
ਠੀਕ ਹੈ। ਇੱਧਰ ਆਉਂਦੇ ਹੈਗੇ ਆ ਜਿੱਥੇ ਉਹਨਾਂ ਨੂੰ ਜੀਵਨ ਦੀਆਂ ਸਹੂਲਤਾਂ ਲਾਈਕ ਉਚਿਤ ਟੈਂਪਰੇਚਰ ਪ੍ਰਜਨਨ ਲਈ, ਠੀਕ, ਉਚਿਤ ਇਨਵਾਇਰਮੈਂਟ, ਟੈਂਪਰੇਚਰ, ਪ੍ਰੈਸ਼ਰ, ਆਕਸੀਜਨ, ਭੋਜਨ, ਪਾਣੀ ਉਚਿਤ ਅਮਾਊਂਟ 'ਚ ਮਿਲੇ ਤਾਂ ਉਹ ਕੀ ਹੈ ਪ੍ਰਵਾਸ ਕਰ ਜਾਂਦੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਆਪਣੇ ਜੀਵਨ ਨੂੰ ਸੁਰੱਖਿਅਤ ਰੱਖਣ ਲਈ ਅਤੇ ਆਪਣੀ ਜਨਰੇਸ਼ਨ ਨੂੰ ਅੱਗੇ ਚਲਾਉਣ ਲਈ। ਤਾਂ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਪ੍ਰਵਾਸੀ ਪੰਛੀ ਜਾਂ ਮਾਈਗ੍ਰੇਟਰੀ ਬਰਡਸ ਕਹਿੰਦੇ ਹੈਗੇ ਆ। ਠੀਕ ਹੈ, ਤੁਸੀਂ ਨੋਟ ਕਰ ਸਕਦੇ ਹੋ। ਬੜਾ ਅੱਛਾ ਜਦੋਂ ਫਿਰ ਇਨਵਾਇਰਮੈਂਟ ਠੀਕ ਹੋ ਜਾਂਦਾ, ਪ੍ਰਜਨਨ ਹੋ ਜਾਂਦਾ ਹੈਗਾ, ਠੀਕ, ਮੌਸਮ ਚੇਂਜ ਹੁੰਦਾ, ਦੈਨ ਸਾਈਬੇਰੀਅਨ ਕਰੇਨ ਹੈ ਉਹ ਫਿਰ ਆਪਣੇ ਸਾਈਬੇਰੀਆ ਚਲੇ ਜਾਂਦੇ ਹੈਗੇ ਆ ਜਦੋਂ ਉੱਥੇ ਠੰਡ ਬਰਫ਼ ਵਗੈਰਾ ਪਿਘਲ ਜਾਂਦੀ ਹੈਗੀ ਆ। ਤਾਂ ਇੱਦਾਂ ਉਸ ਤੋਂ ਬਾਅਦ ਹੈਗੇ ਆ ਰੀਸਾਈਕਲਿੰਗ ਆਫ ਪੇਪਰ। ਪੇਪਰ ਦੀ ਰੀਸਾਈਕਲਿੰਗ ਅਸੀਂ ਕਿਵੇਂ ਕਰ ਸਕਦੇ ਹਾਂ? ਇੱਕ ਤਾਂ 3R ਜਾਂ 4R ਦਾ ਸਿਧਾਂਤ ਹੈਗਾ। ਇਹਦੇ ਵਿੱਚ ਕੀ ਹੈ? ਰਿਡਿਊਸ ਘੱਟ ਵਰਤੋਂ ਕਰੋ, ਰੀਯੂਜ਼ ਦੁਬਾਰਾ ਯੂਜ਼ ਕਰ ਸਕਦੇ ਹੋ, ਰੀਸਾਈਕਲਿੰਗ ਕਰ ਸਕਦੇ ਹਾਂ। ਰੀਸਾਈਕਲਿੰਗ ਜਿਵੇਂ ਅਸੀਂ ਵੇਚਤਾ ਪੇਪਰ ਉਹਨੂੰ ਦੁਬਾਰਾ, ਠੀਕ ਹੈ, ਪੁਨਰ ਚੱਕਰ ਕੀਤਾ ਜਾ ਸਕਦਾ ਹੈ। ਇੱਦਾਂ 3R ਜਾਂ 4R ਦਾ ਸਿਧਾਂਤ ਹੈਗਾ। ਪੁਨਰ ਚੱਕਰ ਦੇ ਵਿੱਚ ਰੀਸਾਈਕਲਿੰਗ ਦੇ ਅਸੀਂ ਜਿਵੇਂ ਅਖਬਾਰ ਵਗੈਰਾ ਸਾਡੇ ਘਰ ਡੇਲੀ ਆਉਂਦੇ ਹੈ, ਅਸੀਂ ਉਹਨਾਂ ਨੂੰ ਵੇਚ ਦਿੰਦੇ ਹਾਂ। ਉਹ ਕੀ ਕਰਨਗੇ ਉਹਨੂੰ ਬਲੀਚਿੰਗ ਪਾਊਡਰ ਨਾਲ ਵਾਸ਼ ਕਰਕੇ ਦੁਬਾਰਾ ਪ੍ਰੀਪੇਅਰ ਕਰ ਸਕਦੇ ਆ। ਜਾਂ ਅਸੀਂ ਇੱਦਾਂ ਕਿਤਾਬਾਂ ਕਾਪੀਆਂ ਹੈ ਨਾ ਕਾਗਜ਼ ਵਗੈਰਾ ਉਹਨਾਂ ਦਾ ਪੁਨਰ ਚੱਕਰ ਕਿਵੇਂ ਕਰਨਾ ਹੈਗਾ? ਤੁਸੀਂ ਇੱਕ ਮਤਲਬ ਟੱਬ ਲਓ, ਉਹਦੇ ਵਿੱਚ ਪਾਣੀ ਪਾ ਕੇ ਉਹਨਾਂ ਨੂੰ ਰੱਖ ਦਿਓ। ਉਹਨਾਂ ਦੀ ਕੀ ਬਣ ਜਾਏਗੀ? ਪਲਪ ਬਣ ਜਾਏਗਾ ਲੁਗਦੀ। ਫਿਰ ਉਹਨੂੰ ਕੁੱਟ ਕੇ ਚੰਗੀ ਤਰ੍ਹਾਂ ਉਹਦੇ ਵਿੱਚ ਬਲੀਚਿੰਗ ਪਾਊਡਰ ਪਾ ਕੇ ਤੁਸੀਂ ਇੱਕ ਪੇਸਟ ਤਿਆਰ ਕਰ ਸਕਦੇ ਹੋ। ਉਸ ਪੇਸਟ ਤੋਂ ਸੁਕਾ ਕੇ ਗੱਤਾ ਜਾਂ ਦੁਬਾਰਾ ਕਾਗਜ਼ ਤਿਆਰ ਕਰ ਸਕਦੇ ਹੋ। ਔਰ ਕਾਗਜ਼ ਨੂੰ ਵਾਈਟ ਕਰਨ ਲਈ ਬਲੀਚਿੰਗ ਪਾਊਡਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਸ ਤੋਂ ਬਾਅਦ ਹੈਗਾ ਸਾਡਾ ਰੁੱਖ ਲਗਾਉਣਾ, ਰੀਫੋਰੈਸਟੇਸ਼ਨ। ਰੀ ਦਾ ਮੀਨਸ ਦੁਬਾਰਾ ਜੰਗਲਾਂ ਨੂੰ ਉਗਾਉਣਾ। ਤਾਂ ਅਸੀਂ ਵਨ ਮਹਾਉਤਸਵ ਮਨਾਉਂਦੇ ਹੈਗੇ ਹਾਂ। ਉਸ ਟਾਈਮ ਅਸੀਂ ਦਰੱਖਤ ਲਗਾਉਂਦੇ ਹਾਂ। ਜਾਂ ਤੁਸੀਂ ਆਪਣੇ ਬਰਥਡੇ 'ਤੇ ਇੱਕ ਦਰੱਖਤ ਲਗਾ ਸਕਦੇ ਹੈਗੇ ਹੋ। ਇੱਦਾਂ ਰੀਫੋਰੈਸਟੇਸ਼ਨ ਰਾਹੀਂ ਤੁਸੀਂ ਜੰਗਲੀ ਜੀਵਾਂ ਨੂੰ ਮਤਲਬ ਦਰੱਖਤਾਂ ਨੂੰ ਉਗਾ ਸਕਦੇ ਹੈਗੇ ਹੋ। ਠੀਕ ਹੈ, ਇਹਦੇ ਲਈ 5 ਜੂਨ ਸਾਡਾ ਵਰਲਡ ਇਨਵਾਇਰਮੈਂਟ ਡੇ ਮਨਾਇਆ ਜਾਂਦਾ। ਵਨ ਮਹਾਉਤਸਵ ਤੁਸੀਂ ਆਪਣੇ ਬਰਥਡੇ 'ਤੇ ਇੱਕ, ਤੁਹਾਨੂੰ ਪਤਾ ਹੀ ਹੈ ਕਿ ਦਰੱਖਤਾਂ ਦੀ ਕੀ ਮਹੱਤਤਾ ਹੈਗੀ ਹੈ। ਤਾਂ ਇਹਦੇ ਨਾਲ ਵਾਟਰ ਲੈਵਲ ਮੇਨਟੇਨ ਰਹਿੰਦਾ, ਕੂਲਿੰਗ ਰਹੇਗੀ, ਟੈਂਪਰੇਚਰ ਘਟੇਗਾ, ਪ੍ਰੈਸ਼ਰ ਮੇਨਟੇਨ ਰਹਿੰਦਾ, ਆਕਸੀਜਨ ਮਿਲੇਗੀ। ਕਿਉਂਕਿ ਪੌਦੇ ਅਤੇ ਜੰਤੂ ਦੋਨੋਂ ਹੀ ਸਾਹ ਕਿਰਿਆ ਰਾਹੀਂ, ਠੀਕ ਹੈ, ਆਕਸੀਜਨ ਛੱਡਦੇ ਆ, ਅਸੀਂ ਕਾਰਬਨ ਡਾਈਆਕਸਾਈਡ ਛੱਡਦੇ ਹਾਂ। ਇੱਦਾਂ ਕਨੈਕਟਡ ਹੈਗੇ ਆ। ਤਾਂ ਜਿੰਨੇ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ। ਇਸ ਲੈਸਨ 'ਚੋਂ ਓਵਰਆਲ ਕੀ ਹੈਗਾ ਜੀਵ ਜੰਤੂਆਂ ਦੀ ਮਤਲਬ ਇੱਕ ਤਾਂ ਹੈਗੀਆਂ ਰੇਅਰ ਸਪੀਸੀਜ਼, ਇੰਡੇਂਜਰ ਸਪੀਸੀਜ਼ ਦੇ ਬਾਰੇ ਹੈ, ਖਤਰੇ ਦੀ ਕਗਾਰ 'ਤੇ ਪ੍ਰਜਾਤੀਆਂ ਕਿਹੜੀਆਂ, ਰੈੱਡ ਡਾਟਾ ਬੁੱਕ ਕੀ ਹੈਗੀ ਹੈ, ਖਾਸ ਸਥਾਨਕ ਪ੍ਰਜਾਤੀਆਂ ਜੋ ਲੋਪ ਹੋ ਗਈਆਂ ਉਹ, ਫਲੋਰਾ ਮੀਨਸ ਬਨਸਪਤੀ ਸਮੂਹ, ਫੌਨਾ ਮੀਨਸ ਜੀਵ ਜੰਤੂ ਸਮੂਹ। ਇਕੋ ਸਿਸਟਮ ਕੀ ਹੈ? ਸਾਰਾ ਇਹ ਵਾਯੂਮੰਡਲ, ਮਿੱਟੀ, ਹਵਾ, ਪਾਣੀ, ਇਹ ਸਾਰੇ ਮਿਲ ਕੇ ਜੀਵ ਜੰਤੂ ਇਹ ਸਾਰੇ ਕੀ ਹੈ ਇਕੋ ਸਿਸਟਮ ਬਣਾਉਂਦੇ ਆ। ਮਾਰੂਥਲੀਕਰਨ ਹਵਾ ਦੇ ਨਾਲ ਮਿੱਟੀ ਦੀ ਉੱਪਰਲੀ ਪਰਤ ਦਾ ਉੱਡ ਜਾਣਾ। ਜੰਗਲਾਂ ਦੀ ਕਟਾਈ, ਜ਼ਿਆਦਾ ਭੂਮੀ ਦੀ ਲੋੜ ਖੇਤੀ ਲਈ, ਇੰਡਸਟਰੀਲਾਈਜੇਸ਼ਨ ਲਈ ਜੰਗਲਾਂ ਦੀ ਕਟਾਈ। ਬਾਇਓਸਫੀਅਰ ਰਿਜ਼ਰਵ ਜਿਹੜਾ ਹੈਗਾ ਉਹ ਇੱਕ ਨਿਸ਼ਚਿਤ ਖੇਤਰ ਹੈ ਜਿਹਦੇ ਵਿੱਚ ਪੌਦਿਆਂ ਅਤੇ ਜੰਤੂਆਂ ਨੂੰ ਸੁਰੱਖਿਅਤ ਰੱਖਣ ਲਈ ਜੀਵਨ ਦੀਆਂ ਸਹੀ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਜੈਵ ਵਿਭਿੰਨਤਾ ਮੀਨਸ ਵਰਾਇਟੀ ਆਫ ਪਲਾਂਟਸ ਐਂਡ ਐਨੀਮਲ, ਸੂਖਮ ਜੀਵ, ਇਹਨੂੰ ਕੀ ਕਹਾਂਗੇ? ਜੈਵ ਵਿਭਿੰਨਤਾ। ਨਾਓ ਕਮ ਟੂ ਦੀ ਕੁਐਸਚਨ। ਉਹ ਖੇਤਰ ਜਿੱਥੇ ਜਾਨਵਰਾਂ ਨੂੰ ਉਹਨਾਂ ਦੇ ਕੁਦਰਤੀ ਸਥਾਨ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ ਕੀ ਕਹਿੰਦੇ ਹਨ? ਬਾਇਓਸਫੀਅਰ ਰਿਜ਼ਰਵ, ਪਾਰਕ, ਨੈਸ਼ਨਲ ਪਾਰਕ ਜਾਂ ਬਾਇਓਸਫੀਅਰ ਰਿਜ਼ਰਵ ਵਗੈਰਾ, ਠੀਕ ਹੈ, ਜਗ੍ਹਾ ਰੱਖਾਂ ਕਹਿੰਦੇ ਹਨ। ਉਹ ਪ੍ਰਜਾਤੀਆਂ ਜੋ ਕਿਸੇ ਵਿਸ਼ੇਸ਼ ਖੇਤਰ ਵਿੱਚ ਹੀ ਪਾਈਆਂ ਜਾਂਦੀਆਂ ਹਨ ਉਹਨਾਂ ਨੂੰ ਕੀ ਕਹਿੰਦੇ ਹਨ? ਖਾਸ ਸਥਾਨਕ ਪ੍ਰਜਾਤੀਆਂ। ਉਹਨਾਂ ਨੂੰ ਅਸੀਂ ਕੀ ਕਹਾਂਗੇ? ਖਾਸ ਸਥਾਨਕ ਪ੍ਰਜਾਤੀਆਂ। ਅਗਲਾ ਕੁਐਸਚਨ ਹੈਗਾ ਪ੍ਰਵਾਸੀ ਪੰਛੀ ਆਪਣੇ ਕੁਦਰਤੀ ਸਥਾਨਾਂ ਤੋਂ ਪ੍ਰਵਾਸ ਮਤਲਬ ਕਿਤੇ ਹੋਰ ਜਾਂਦੇ ਹਨ, ਆਵਾਸਾਂ ਤੋਂ
ਤੋ ਡੈਸ਼ ਵਿੱਚ ਮੌਸਮ ਜਲਵਾਯੂ ਦੇ ਪਰਿਵਰਤਨ ਜਾਂ ਮੌਸਮ ਦੇ ਕਰਕੇ ਠੀਕ ਹੈ ਉਹ ਕੀ ਹੈ ਮਾਈਗ੍ਰੇਟ ਕਰ ਜਾਂਦੇ ਆ ਕਿਸੇ ਹੋਰ ਜਗ੍ਹਾ 'ਤੇ। ਦੈਨ ਰੱਖਾਂ ਅਤੇ ਰਿਜ਼ਰਵ, ਰੱਖਾਂ ਛੋਟੇ ਹੁੰਦੇ ਆ, ਬਾਇਓਸਫੀਅਰ ਰਿਜ਼ਰਵ ਕੀ ਹੈ ਵੱਡਾ ਏਰੀਆ ਜੰਗਲ ਦੀ ਤਰ੍ਹਾਂ ਜਿੱਥੇ ਜੀਵ ਜੰਤੂਆਂ ਪੌਦਿਆਂ ਨੂੰ ਸੁਰੱਖਿਅਤ ਰੱਖਿਆ ਜਾਂਦਾ, ਉਹਨਾਂ ਨੂੰ ਜੀਵਨ ਦੇ ਪ੍ਰਸਥਿਤਿਕ ਪ੍ਰਬੰਧ ਲਈ ਜ਼ਰੂਰੀ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਸੰਕਟਕਾਲੀਨ ਜਾਤੀਆਂ ਅਤੇ ਅਲੋਪ ਹੋ ਚੁੱਕੀਆਂ ਜਾਤੀਆਂ, ਸੰਕਟਕਾਲੀਨ ਜਾਤੀਆਂ ਪ੍ਰਜਾਤੀਆਂ ਜਿਨ੍ਹਾਂ ਦੀ ਗਿਣਤੀ ਥੋੜ੍ਹੀ ਰਹਿ ਗਈ ਜਨਸੰਖਿਆ ਠੀਕ ਹੈ, ਜਿਵੇਂ ਬਾਘ ਹੈ ਤਾਂ ਜਾਂ ਟਾਈਗਰ ਕਹਿ ਲਓ, ਇਹਨਾਂ ਦੀ ਗਿਣਤੀ ਕੀ ਹੈ ਘੱਟ ਰਹਿ ਗਈ। ਹੋਰ ਵੀ ਪੂਰੀ ਲਿਸਟ ਆਉਂਦੀ ਹੈ ਇੰਟਰਨੈਟ 'ਤੇ, ਤੁਸੀਂ ਅਪਲੋਡ ਕਰ ਸਕਦੇ ਹੈਗੇ ਹੋ। ਔਰ ਅਲੋਪ ਜਿਹੜੀਆਂ ਬਿਲਕੁਲ ਹੀ ਖ਼ਤਮ ਹੋ ਚੁੱਕੀਆਂ ਜਿਵੇਂ ਡਾਇਨਾਸੌਰ ਠੀਕ ਹੈ, ਇਹਨਾਂ ਦੋਨਾਂ ਦੀ ਤੁਸੀਂ ਇੱਕ ਲਿਸਟ ਬਣਾਓਗੇ ਜ਼ਿਆਦਾ ਤੋਂ ਜ਼ਿਆਦਾ ਐਗਜ਼ਾਮਪਲ ਉਹਦੇ ਵਿੱਚ ਸੰਕਟਕਾਲੀਨ ਅਤੇ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ 'ਚ ਲਿਖੋਗੇ। ਪੌਦਾ ਜਗਤ ਨੂੰ ਅਸੀਂ ਕੀ ਕਹਿੰਦੇ ਹਾਂ ਫਲੋਰਾ, ਜਿੰਨੇ ਵੀ ਠੀਕ ਹੈ ਪ੍ਰਾਣੀ ਜਗਤ ਨੂੰ ਅਸੀਂ ਕੀ ਕਹਿੰਦੇ ਹਾਂ ਫੌਨਾ, ਸੂਖਮਜੀਵੀ ਇਹਨਾਂ 'ਚ ਆ ਜਾਣਗੇ। ਜੰਗਲਾਂ ਦੀ ਕਟਾਈ 'ਤੇ ਕੀ ਪ੍ਰਭਾਵ ਪੈਂਦਾ ਹੈ, ਜੰਗਲੀ ਜੀਵਨ ਉਹਨਾਂ ਨੂੰ ਭੋਜਨ ਨਹੀਂ ਮਿਲੇਗਾ, ਟੈਂਪਰੇਚਰ ਵਾਤਾਵਰਨ 'ਤੇ ਤਾਪਮਾਨ ਵੱਧ ਜਾਏਗਾ ਠੀਕ ਹੈ, ਆਕਸੀਜਨ ਦੀ ਕਮੀ ਹੋ ਜਾਏਗੀ। ਪੇਂਡੂ ਖੇਤਰ 'ਤੇ ਕੀ ਪ੍ਰਭਾਵ ਪਏਗਾ, ਜ਼ਿਆਦਾ ਜੰਗਲਾਂ ਦੀ ਕਟਾਈ ਨਾਲ ਮਤਲਬ ਪੇਂਡੂ ਖੇਤਰ ਜਿਹੜਾ ਹੈਗਾ ਉਹ ਵੈਜੀਟੇਸ਼ਨ 'ਤੇ ਹੀ ਖੇਤੀਬਾੜੀ 'ਤੇ ਹੀ ਨਿਰਭਰ ਕਰਦਾ ਹੈਗਾ, ਤਾਂ ਭੂਮੀ ਦਾ ਪਾਣੀ ਦਾ ਪੱਧਰ ਨੀਚੇ ਚਲਾ ਜਾਏਗਾ ਤਾਂ ਫਸਲਾਂ ਨੂੰ ਦੇਣ ਲਈ ਪਾਣੀ ਨਹੀਂ ਮਿਲੇਗਾ। ਸ਼ਹਿਰਾਂ ਇੰਡਸਟਰੀਲਾਈਜੇਸ਼ਨ ਵੱਧਦੀ ਜਨਸੰਖਿਆ ਦੇ ਕਰਕੇ ਠੀਕ ਹੈ, ਔਰ ਸ਼ਹਿਰਾਂ ਦਾ ਟੈਂਪਰੇਚਰ ਵੱਧ ਰਿਹਾ, ਕਾਰਬਨ ਡਾਈਆਕਸਾਈਡ ਅਮਾਊਂਟ ਜ਼ਿਆਦਾ ਕਾਰਖਾਨੇ ਹੋਣ ਕਰਕੇ, ਇੰਡਸਟਰੀਲਾਈਜੇਸ਼ਨ ਪੋਲੂਸ਼ਨ ਵਹੀਕਲਸ ਦੇ ਕਰਕੇ ਸ਼ਹਿਰਾਂ ਦਾ ਤਾਪਮਾਨ ਜ਼ਿਆਦਾ ਵੱਧ ਰਿਹਾ ਹੈਗਾ। ਪ੍ਰਿਥਵੀ ਗਲੋਬਲ ਵਾਰਮਿੰਗ ਦਾ ਇੱਥੇ ਨੋਟ ਲਿਖੋਗੇ। ਅਗਲੀ ਪੀੜ੍ਹੀ ਲਈ ਠੀਕ ਹੈ ਸ਼ੁੱਧ ਹਵਾ ਨਹੀਂ ਬਚੇਗੀ, ਪਾਣੀ ਦਾ ਗਰਾਊਂਡ ਲੈਵਲ ਨੀਚੇ ਚਲਾ ਜਾਏਗਾ, ਨੈਚੁਰਲ ਰਿਸੋਰਸਿਸ ਦੀ ਕਮੀ ਹੋ ਜਾਏਗੀ। ਕੀ ਹੋਵੇਗਾ, ਅਸੀਂ ਜੰਗਲਾਂ ਦੀ ਕਟਾਈ ਕਰਦੇ ਰਹੀਏ ਤਾਂ ਇਹਦੇ ਵਿੱਚ ਤੁਸੀਂ ਸਾਰਾ ਲਿਖਣਾ ਹੈਗਾ ਜੰਗਲਾਂ ਦੀ ਕਟਾਈ ਦੇ ਨਾਲ ਜਿਵੇਂ ਟੈਂਪਰੇਚਰ ਵੱਧ ਜਾਏਗਾ, ਆਕਸੀਜਨ ਦੀ ਕਮੀ ਹੋ ਜਾਏਗੀ, ਕਾਰਬਨ ਡਾਈਆਕਸਾਈਡ ਵੱਧ ਗਈ ਤਾਂ ਉਹ ਸੂਰਜ ਦੀਆਂ ਕਿਰਨਾਂ ਨੂੰ ਸੋਕ ਕੇ ਗਲੋਬਲ ਵਾਰਮਿੰਗ ਕਰੇਗੀ, ਹੜ੍ਹ ਜਾਂ ਸੋਕੇ ਵਰਗੀਆਂ ਕੰਡੀਸ਼ਨਸ ਆ ਜਾਂਦੀਆਂ ਹੈਗੀਆਂ। ਇੱਦਾਂ ਕਰਕੇ ਤੁਸੀਂ ਸਾਰਾ ਲਿਖ ਸਕਦੇ ਹੋ। ਕਿਸੇ ਜੰਤੂ ਦਾ ਆਵਾਸ ਸਥਾਨ ਨਸ਼ਟ ਹੋ ਜਾਵੇ ਤਾਂ ਉਹਦੀ ਹੋਂਦ ਖਤਮ ਹੋ ਜਾਂਦੀ ਹੈ, ਮਿੱਟੀ ਦੀ ਉੱਪਰਲੀ ਪਰਤ ਨੰਗੀ ਹੋ ਜਾਵੇ ਤਾਂ ਭੂਮੀ ਖੋਰ ਹੋ ਜਾਏਗਾ ਠੀਕ ਹੈ। ਇੱਦਾਂ ਪੂਰੇ ਰੈੱਡ ਡਾਟਾ ਬੁੱਕ ਕੀ ਹੈਗੀ ਹੈ, ਰੈੱਡ ਡਾਟਾ ਬੁੱਕ ਦੇ ਵਿੱਚ ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਜਿਹੜੀਆਂ ਕਿ ਅਲੋਪ ਹੋ ਗਈਆਂ ਜਾਂ ਸੰਕਟਕਾਲੀਨ ਜਾਤੀਆਂ ਉਹਨਾਂ ਦਾ ਪੂਰਾ ਡਾਟਾ ਦਰਜ ਹੈਗਾ, ਕਿਹੜੇ ਜੀਨਸ, ਕਿਹੜੀ ਸਪੀਸੀਜ਼, ਕਿਹੜੇ ਫਾਈਲਮ, ਕਿਹੜੇ ਕਿੰਗਡਮ ਨੂੰ ਬਿਲੋਂਗ ਕਰਦੀਆਂ। ਪ੍ਰਵਾਸ ਤੋਂ ਕੀ ਪ੍ਰਭਾਵ ਹੈ, ਮਾਈਗ੍ਰੇਸ਼ਨ, ਜਦੋਂ ਠੀਕ ਹੈ ਜੀਵਨ ਦੇ ਜਿਉਣ ਲਈ ਸਹੂਲਤਾਂ ਸਹੀ ਨਹੀਂ ਹੁੰਦੀਆਂ ਤਾਂ ਪੰਛੀ ਦੂਰ ਦਰਾਡੇ ਜਲਵਾਯੂ ਦੇ ਪਰਿਵਰਤਨ ਦੇ ਕਰਕੇ ਠੀਕ ਹੈ ਮਾਈਗ੍ਰੇਸ਼ਨ ਕਰ ਜਾਂਦੇ ਹੈਗੇ, ਤਾਂ ਇਹਨੂੰ ਕੀ ਕਹਿੰਦੇ ਆ ਪ੍ਰਵਾਸ ਕਹਿੰਦੇ ਆ। ਅੱਗੇ ਕੁਐਸਚਨ ਹੈਗਾ